Hello students, in today's class we will discuss about the half-life period of a reaction. So what is half-life? Half-life means ਅੱਧੀ ਜ਼ਿੰਦਗੀ, ਬਟ ਇੱਥੇ ਜਿਹੜੀ ਅੱਧੀ ਜ਼ਿੰਦਗੀ ਦੀ ਗੱਲ ਹੋ ਰਹੀ ਹੈ ਰਿਐਕਸ਼ਨ ਦੀ ਅੱਧੀ ਜ਼ਿੰਦਗੀ ਦੀ ਗੱਲ ਹੋ ਰਹੀ ਹੈ, ਨਾਮ ਤੋਂ ਹੀ ਕਲੀਅਰ ਹੈ। ਸੋ ਅਸੀਂ ਹਾਫ ਲਾਈਫ ਪੀਰੀਅਡ 'ਚ ਇਹ ਚੈੱਕ ਕਰਦੇ ਹਾਂ ਕਿ ਕਦੋਂ ਸਾਡੀ ਰਿਐਕਸ਼ਨ ਹਾਫਲੀ ਰਿਐਕਟੈਂਟ ਤੋਂ ਪ੍ਰੋਡਕਟ ਵਿੱਚ ਕਨਵਰਟ ਹੋ ਗਈ, ਮਤਲਬ ਉਹਨੂੰ ਕਿੰਨਾ ਟਾਈਮ ਲੱਗਿਆ ਜਦੋਂ 50% ਰਿਐਕਟੈਂਟ ਤੋਂ ਪ੍ਰੋਡਕਟ ਬਣ ਗਿਆ। So half life period of a reaction is defined as the time during which the concentration, ਉਹ ਵਾਲਾ time ਜਿਹਨੂੰ ਅਸੀਂ half time ਬੋਲਾਂਗੇ, the time during which the concentration of reactant is reduced to half of its concentration. Suppose you have a reaction ਜਿਹਦੇ ਵਿੱਚ reactant ਤੋਂ ਕਿਆ ਬਣ ਰਿਹਾ product, ਠੀਕ ਹੈ। ਸਟਾਰਟਿੰਗ 'ਚ ਮੰਨ ਲਓ ਕਿ ਰਿਐਕਟੈਂਟ 100% ਹੈ, ਪ੍ਰੋਡਕਟ ਕਿੰਨਾ ਸਾਡਾ 0, ਰਿਐਕਸ਼ਨ ਸਟਾਰਟ ਨਹੀਂ ਹੋਇਆ। ਜਦੋਂ ਹੌਲੀ ਹੌਲੀ ਰਿਐਕਸ਼ਨ ਸਟਾਰਟ ਹੋਣਾ ਸ਼ੁਰੂ ਹੋ ਗਿਆ, ਮੰਨ ਲਓ ਰਿਐਕਟੈਂਟ ਜਿਹੜਾ ਆ ਉਹ 20% ਜਿਹੜਾ ਸਪੋਜ਼ ਕਰ ਲਓ ਕਿ ਉਹ 80% ਇੱਥੇ ਰਹਿ ਗਿਆ, 20% ਪ੍ਰੋਡਕਟ, ਮਤਲਬ ਰਿਐਕਟੈਂਟ ਤੋਂ 20% ਪ੍ਰੋਡਕਟ ਫੋਰਮ ਹੋ ਗਿਆ ਹੈ ਨਾ। ਸੋ ਫਿਰ ਟਾਈਮ ਚੱਲਦੀ ਰਹੀ, ਰਿਐਕਸ਼ਨ ਟਾਈਮ ਜਿਹੜਾ ਆ ਹੋਰ ਹਾਫ ਹੁੰਦਾ ਗਿਆ, ਔਰ ਇੱਕ ਟਾਈਮ ਇੱਦਾਂ ਦਾ ਆਇਆ ਜਦੋਂ 50% ਰਿਐਕਟੈਂਟ ਰਹਿ ਗਿਆ ਔਰ 50% ਪ੍ਰੋਡਕਟ ਬਣ ਗਿਆ, ਤੇ ਇਹ ਵਾਲੇ ਟਾਈਮ ਪੀਰੀਅਡ ਨੂੰ ਅਸੀਂ ਬੋਲਾਂਗੇ ਹਾਫ ਟਾਈਮ। ਸੋ ਜਦੋਂ ਸਾਡਾ ਹਾਫ ਆਫ ਦਾ ਰਿਐਕਟੈਂਟ ਕੌਨਸੈਂਟਰੇਸ਼ਨ ਜਿਹੜੀ ਪ੍ਰੋਡਕਟ ਵਿੱਚ ਕਨਵਰਟ ਹੋ ਜਾਂਦੀ ਹੈ ਉਹਨੂੰ ਅਸੀਂ ਬੋਲਦੇ ਹਾਂ ਹਾਫ ਲਾਈਫ ਪੀਰੀਅਡ। ਸੋ ਵਟ ਇਜ਼ ਦ ਡੈਫੀਨੇਸ਼ਨ ਆਫ ਹਾਫ ਲਾਈਫ ਪੀਰੀਅਡ ਆਫ a reaction? It is defined as the time during which the concentration of reactant is reduced to half of its concentration. ਹੁਣ ਅਸੀਂ ਹਾਫ ਲਾਈਫ ਪੀਰੀਅਡ ਜਿਹੜਾ ਜ਼ੀਰੋ ਆਰਡਰ ਰਿਐਕਸ਼ਨ ਦਾ ਫਾਈਂਡ ਕਰਾਂਗੇ। ਜ਼ੀਰੋ ਆਰਡਰ ਰਿਐਕਸ਼ਨ ਲਈ ਸਪੋਜ਼ ਯੂ ਹੈਵ ਏ ਰਿਐਕਟੈਂਟ ਦੈਟ ਇਜ਼ ਫਾਰਮਿੰਗ ਪ੍ਰੋਡਕਟ। ਸੋ ਰਿਐਕਟੈਂਟ ਤੋਂ ਪ੍ਰੋਡਕਟ ਫਾਰਮ ਹੋ ਰਿਹਾ ਔਰ ਇਹ ਜ਼ੀਰੋ ਆਰਡਰ ਰਿਐਕਸ਼ਨ ਹੈ, ਔਰ ਜ਼ੀਰੋ ਆਰਡਰ ਦਾ ਅਸੀਂ ਰੇਟ ਜਿਹੜਾ ਹੈ ਇੰਟੀਗ੍ਰੇਟਡ ਦੇ ਵਿੱਚ ਫਾਈਂਡ ਕੀਤਾ ਸੀ। ਉਹ ਸਾਡਾ ਰੇਟ ਜਿਹੜਾ ਆ ਆਇਆ ਸੀ ਉਹ ਕਿੰਨਾ ਸੀ, K is equal to R naught minus R divided by T। ਹੁਣ ਅਸੀਂ ਜ਼ੀਰੋ ਆਰਡਰ ਰਿਐਕਸ਼ਨ ਵਾਸਤੇ ਹਾਫ ਲਾਈਫ ਪੀਰੀਅਡ ਫਾਈਂਡ ਕਰਨਾ। ਉਹਨੂੰ ਫਾਈਂਡ ਕਰਨ ਲਈ ਅਸੀਂ ਕੀ ਕਰਾਂਗੇ, T ਨੂੰ ਇੱਧਰ ਲੈ ਜਾਓ ਫਸਟਲੀ, T is equal to R naught minus R divided by K। ਹੁਣ ਅਸੀਂ ਕੀ ਕਹਾਂਗੇ, ਅਕੋਰਡਿੰਗ ਟੂ ਦ ਡੈਫੀਨੇਸ਼ਨ ਆਫ ਹਾਫ ਲਾਈਫ ਪੀਰੀਅਡ ਅਸੀਂ ਕਹਾਂਗੇ ਕਿ ਕਦੋਂ ਸਾਡਾ ਰਿਐਕਟੈਂਟ ਜਿਹੜਾ ਆ ਉਹ ਰਿਡਿਊਸ ਹੋ ਗਿਆ ਹਾਫ ਆਫ ਇਟਸ ਕੌਨਸੈਂਟਰੇਸ਼ਨ। ਇਹਦਾ ਮਤਲਬ ਇਨੀਸ਼ੀਅਲ ਕੌਨਸੈਂਟਰੇਸ਼ਨ ਦਾ ਹਾਫ ਉਹਨੇ ਰਿਡਿਊਸ ਹੋਣਾ। ਇੱਥੇ ਅਸੀਂ R ਨੂੰ ਹੇਅਰ T ਨੂੰ ਅਸੀਂ T ਹਾਫ ਪੁੱਟ ਕਰਾਂਗੇ ਔਰ R ਨੂੰ ਇਨੀਸ਼ੀਅਲ ਕਨਸੈਂਟਰੇਸ਼ਨ, ਦਿਸ ਇਜ਼ ਆਰ ਇਨੀਸ਼ੀਅਲ ਕਨਸੈਂਟਰੇਸ਼ਨ ਦਾ ਹਾਫ ਪੁੱਟ ਕਰਾਂਗੇ। ਸੋ R ਕਿਹਦੇ ਕੋਲ ਆ ਜਾਏਗਾ, R naught divided by 2। ਸੋ ਪੁੱਟ ਕਰੋ, ਦੈਨ T ਨੂੰ T ਹਾਫ, R naught ਐਜ਼ ਇਟ ਇਜ਼ ਰਹੇਗਾ, R ਇਨੀਸ਼ੀਅਲ ਕਨਸੈਂਟਰੇਸ਼ਨ ਦਾ ਹਾਫ ਹੋ ਜਾਏਗਾ, R naught divided by 2 divided by K। ਇਹਨੂੰ ਸੋਲਵ ਕਰਾਂਗੇ, ਸੋਲਵ ਕਰਨ ਤੋਂ ਬਾਅਦ ਇਹ ਆ ਜਾਏਗਾ 2 R naught minus R naught divided by K, ਔਰ 2 R naught ਐਂਡ R naught ਚੋਂ ਅਗਰ ਅਸੀਂ R naught ਮਾਈਨਸ ਕਰਾਂਗੇ ਤੇ ਆ ਜਾਏਗਾ R naught divided by K is equal to T half. So this is the formula for T half of zero order reaction। ठीक है, ये formula है, ਇਹਦੇ ਬੇਸ ਤੇ numerical ਆਉਂਦੇ ਆ ਹਾਫ ਲਾਈਫ ਪੀਰੀਅਡ ਦੇ। ਸਾਨੂੰ ਸੌਰੀ ਮੈਂ ਇੱਥੇ 2 ਜਿਹੜਾ ਆ ਉਹ ਲਗਾਉਣਾ ਭੁੱਲ ਗਈ ਜਦੋਂ ਅਸੀਂ LCM ਲਿਆ। LCM ਲੈਣ ਤੋਂ ਬਾਅਦ ਨੀਚੇ ਵੀ 2 ਆਏਗਾ ਇੱਥੇ। ਸੋ ਇਹ ਆ ਗਿਆ ਸਾਡਾ T half is equal to R naught divided by 2K. This is the formula of half life period of a reaction. So from this formula what we conclude कि half life period of a reaction is directly proportional to the initial concentration of the reactant and it is inversely proportional to the rate constant। T half ਜਿਹੜਾ directly ਇਨੀਸ਼ੀਅਲ ਕੌਨਸੈਂਟਰੇਸ਼ਨ ਆਫ ਰਿਐਕਟੈਂਟ 'ਤੇ ਡਿਪੈਂਡ ਕਰਦਾ ਹੈ ਔਰ ਇਹ ਰੇਟ ਕਾਂਸਟੈਂਟ ਦੇ ਇਨਵਰਸਲੀ ਹੈ।
So this is the relation of half-life period of a zero order reaction. Similarly, we can find half-life period of a first order reaction. For first order reaction, suppose we have a reactant that is forming products. So rate constant for a first order reaction is equal to K is equal to 2.303 divided by T log R naught divided by R. This relation we have studied in our previous video, that is related to integrated rate equation for first order reaction. You can watch again that video. So we have to find here half life period. So ਅਸੀਂ t ਨੂੰ ਇੱਧਰ ਲੈ ਜਾਵਾਂਗੇ. t is equal to 2.303 divided by k log r naught divided by r. ਹੁਣ ਅਸੀਂ ਕਰਨਾ ਕੀ ਅਗੇਨ ਹਾਫ ਲਾਈਫ ਪੀਰੀਅਡ ਦੀ ਡੈਫੀਨੇਸ਼ਨ ਲਗਾਵਾਂਗੇ ਜਦੋਂ ਸਾਡੀ ਇਨੀਸ਼ੀਅਲ ਕੰਸਨਟ੍ਰੇਸ਼ਨ ਨੂੰ ਅਸੀਂ ਹਾਫ ਦੇਖਾਂਗੇ ਕਿੰਨੇ ਟਾਈਮ 'ਚੋਂ ਹਾਫ ਹੁੰਦੀ ਹੈ ਉਹ ਵਾਲਾ ਟਾਈਮ ਜਿਹੜਾ ਟੀ ਹਾਫ ਹੋਏਗਾ. ਟੀ ਨੂੰ ਅਸੀਂ ਟੀ ਹਾਫ ਪੁੱਟ ਕਰਾਂਗੇ ਔਰ ਆਰ ਇਹ ਸਾਡੀ ਇਨੀਸ਼ੀਅਲ ਕੰਸਨਟ੍ਰੇਸ਼ਨ ਹੈ. ਆਰ ਨੂੰ ਅਸੀਂ ਆਰ ਨੌਟ ਡਿਵਾਈਡਡ ਬਾਈ 2 ਪੁੱਟ ਕਰਾਂਗੇ ਫॉर कैलकुलेटिंग टी हाफ. So right here T half is equal to 2.303 divided by K log R naught. नीचे R ਦੀ जगह की पुट करांगे ਅਸੀਂ R naught divided by 2. R naught ना R naught कैंसिल हो जाएगा, ये 2 ऊपर चला जाएगा. So T half is equal to 2.303 K log 2. log 2 ਦੀ वैल्यू ਹੁੰਦੀ है 0.3010. सो इन्हें इत्थे पुट कर लो 2.303 इंटू 0.3010 डिवाइडेड बाय के. जो इन्हें सारे सॉल्व करांगे आ जाएगा 0.693 डिवाइडेड बाय के. सो टी हाफ इज इक्वल टू 0.693 डिवाइडेड बाय के. दिस इज ए रिलेशन फॉर half life period for a first order reaction, and T half is equal to 0.693 divided by K. So from this formula what we conclude, सन की पता चल रहा है कि half life period of a first order reaction is independent of the initial concentration of reactant. कि initial concentration ते depend नहीं करता. It is inversely proportional to the rate constant. So जो zero order ਦਾ half life period ਸੀ ਉਹ initial concentration ਤੇ depend ਕਰਦਾ ਸੀ. It is directly proportional to initial concentration. और first order reaction ਦਾ जो half life period है it is independent of the, क्योंकि ਇਹਦੇ ਵਿੱਚ ਕੋਈ R ਵਾਲੀ ਵੈਲਿਊ ਹੀ ਨਹੀਂ ਹੈ, R naught ਵੈਲਿਊ ਨਹੀਂ ਹੈ. So it is independent of the initial concentration of reactant and it is inversely proportional to the rate constant. ਅਸੀਂ nth order ਲਈ ਵੀ हाफ लाइफ पीरियड ਕੱਢ ਸਕਦੇ हैं. nth order ਲਈ हाफ लाइफ पीरियड क्या आएगा? T half is directly proportional to A naught, R naught ले लो चाहे, R naught 1 minus n, or you can write T half directly proportional to 1 upon R naught n minus 1, क्योंकि 1 ਦੀ फॉर्म 'ਚ लिखे ना इस करके 1/, हो गया 1 माइनस n चों माइनस बार कट के असी उन्होंने रीअरेंज कर लिया. सो दिस इज़ ऑल अबाउट हाफ लाइफ पीरियड ऑफ ए जीरो ऑर्डर रिएक्शन एंड हाफ लाइफ पीरियड ऑफ ए फर्स्ट ऑर्डर रिएक्शन. सैकेंड ऑर्डर लिए भी असी हाफ लाइफ पीरियड जिहड़ा वो निकाल सकते हैं, वो तुसी खुद ट्राई कर सकते हो. थैंक यू फॉर वॉचिंग दिस वीडियो.